प्यारे विद्यार्थियों, आप सब ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜੋ ਆਪਾਂ ਪਾਠ ਪੜ੍ਹਨ ਜਾ ਰਹੇ ਹਾਂ ਉਹ ਹੈ ਲਿਖਿਆ ਹੋਇਆ ਬਾਬਾ ਫਰੀਦ ਜੀ ਦੇ ਵੱਲੋਂ ਲਿਖੇ ਹੋਏ ਸਲੋਕ। ਉਹਨਾਂ ਦਾ ਸਿਰਲੇਖ ਹੈ ਫਰੀਦਾ ਜੇ ਤੂੰ ਅਕਲ ਲਤੀਫ। ਇਹ ਪਾਠ ਸਾਹਿਤਿਕ ਕਿਰਨਾ ਬੁੱਕ ਦੇ ਵਿੱਚ ਦਰਜ ਹੈ। ਪਾਠ ਨੰਬਰ 1। ਬਾਬਾ ਫਰੀਦ ਜੀ ਦਾ ਜੀਵਨ। ਪਿਤਾ ਜੀ ਦਾ ਨਾਮ ਸ਼ੇਖ ਜਮਾਲੂਦੀਨ ਜੀ, ਮਾਤਾ ਜੀ ਦਾ ਨਾਮ ਮਾਤਾ ਕਰਸੋਂ। ਜਨਮ 1173 ਈਸਵੀ। ਜਨਮ ਸਥਾਨ ਮੁਲਤਾਨ ਦਾ ਇੱਕ ਨਿੱਕਾ ਜਿਹਾ ਪਿੰਡ ਕੋਠੀਵਾਲ, ਪਾਕਿਸਤਾਨ ਵਿਖੇ। ਬਾਬਾ ਫਰੀਦ ਜੀ ਦੇ ਮੁਰਸ਼ਦ ਦਾ ਨਾਮ ਬਖਤਿਆਰ ਕਾਕੀ। ਇਹਨਾਂ ਵੱਲੋਂ ਲਿਖੀਆਂ ਹੋਈਆਂ ਰਚਨਾਵਾਂ 4 ਸ਼ਬਦ 112 ਸਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਉਪਦੇਸ਼ ਅਤੇ ਸਿੱਖਿਆਵਾਂ। ਇਹਨਾਂ ਨੇ ਹਮੇਸ਼ਾ ਹੀ ਮਨੁੱਖ ਨੂੰ ਆਪਸੀ ਪਿਆਰ ਦੇ ਨਾਲ ਰਹਿਣ ਦੀ ਸਿੱਖਿਆ ਦਿੱਤੀ ਹੈ ਅਤੇ ਮਨਾਂ ਦੇ ਵਿੱਚੋਂ ਵੈਰ ਵਿਰੋਧ ਮਿਟਾਉਣ ਦੀ ਸਿੱਖਿਆ ਦਿੱਤੀ ਹੈ। ਸਧਾਰਨ ਜੀਵਨ ਬਤੀਤ ਕਰਨਾ, ਸਾਦਾ ਜੀਵਨ ਬਤੀਤ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਲਾਲਚ ਰਹਿਤ ਜੀਵਨ ਜਿਉਣ ਦੀ ਹਮੇਸ਼ਾ ਹੀ ਪ੍ਰੇਰਨਾ ਦਿੰਦੇ ਸਨ। ਫਰੀਦਾ ਜੇ ਤੂੰ ਅਕਲ ਲਤੀਫ। ਇਸ ਪਾਠ ਦਾ ਨਾਮ ਹੈ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲੇਖ ਨਾ ਲਿਖ। ਕਿ ਹੇ ਮਨੁੱਖ, ਜੇ ਤੂੰ ਥੋੜ੍ਹਾ ਜਿਹਾ ਵੀ ਸਮਝਦਾਰ ਆ, ਆਪਣੇ ਆਪ ਨੂੰ ਅਕਲਮੰਦ ਸਮਝਦਾ ਆ, ਕਾਲੇ ਲੇਖ ਨਾ ਲਿਖ ਕਿ ਤੂੰ ਮਾੜੇ ਕੰਮ ਨਾ ਕਰ। ਆਪਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਕਿ ਦੂਸਰਿਆਂ ਦੀ ਬੁਰਾਈ ਕਰਨ ਤੋਂ ਪਹਿਲਾਂ, ਉਹਨਾਂ ਦੇ ਔਗਣ ਦੇਖਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰ ਕਿ ਤੂੰ ਕਿੰਨਾ ਕੁ ਚੰਗਾ ਹੈ। ਆਪਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਵੇਖ। ਕਿ ਭਾਵ ਪਹਿਲਾਂ ਆਪਣੇ ਆਪ ਨੂੰ ਪਛਾਣ ਲੈ। ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰ। ਕਿ ਫਰੀਦਾ ਜੋ ਹੋਣਾ ਸੀ ਉਹ ਹੋ ਗਿਆ ਆ, ਹੁਣ ਤੇਰੀ ਦਾੜੀ ਭਾਵ ਤੇਰੇ ਸਿਰ ਦੇ ਵਾਲ ਤੇ ਤੇਰੀ ਦਾੜੀ ਚਿੱਟੀ ਹੋ ਰਹੀ ਆ, ਭਾਵ ਹੁਣ ਤੂੰ ਬੁਢਾਪੇ ਵੱਲ ਵੱਧ ਰਿਹਾ ਆ। ਅੱਗੇ ਨੇੜਾ ਆ ਗਿਆ ਤੇ ਪਿੱਛਾ ਰਹਿ ਗਿਆ ਦੂਰ। ਕਿ ਤੇਰੀ ਮੌਤ ਦਾ ਸਮਾਂ ਨੇੜੇ ਆ ਰਿਹਾ ਆ, ਜਿਹੜਾ ਬੀਤਿਆ ਹੋਇਆ ਸਮਾਂ ਸੀ ਉਹ ਬਹੁਤ ਹੀ ਪਿੱਛੇ ਰਹਿ ਗਿਆ ਆ, ਪਿੱਛਾ ਰਹਿ ਗਿਆ ਦੂਰ। ਫਰੀਦਾ ਜੰਗਲ ਜੰਗਲ ਕਿਆ ਪਵੈ ਵਣ ਕੰਡਾ ਮੋੜੇ। ਵਸੀ ਰੱਬ ਹਿਆਲਿਆ ਜੰਗਲ ਕਿਆ ਢੂੰਡੇ। ਇੱਥੇ ਫਰੀਦ ਜੀ ਮਨੁੱਖ ਨੂੰ ਇਹੀ ਸਿੱਖਿਆ ਦਿੰਦੇ ਹਨ ਕਿ ਸਾਨੂੰ ਪ੍ਰਮਾਤਮਾ ਦੀ ਭਾਲ ਕਰਨ ਵਾਸਤੇ ਜੰਗਲਾਂ ਦੇ ਵਿੱਚ ਨਹੀਂ ਫਿਰਨਾ ਚਾਹੀਦਾ। ਵਣ ਕੰਡਾ ਮੋੜੇ, ਸਾਨੂੰ ਜੰਗਲਾਂ ਦੀਆਂ ਸੁੱਕੀਆਂ ਟਾਹਣੀਆਂ, ਸੁੱਕੀਆਂ ਝਾੜੀਆਂ, ਉਹਨਾਂ ਨੂੰ ਆਪਣੇ ਪੈਰਾਂ ਦੇ ਥੱਲੇ ਨਹੀਂ ਲਿਤਾੜਨਾ ਚਾਹੀਦਾ। ਵਸੀ ਰੱਬ ਹਿਆਲਿਆ, ਕਿ ਪਰਮਾਤਮਾ ਤਾਂ ਸਾਡੇ ਹਿਰਦੇ ਦੇ ਵਿੱਚ ਵਾਸ ਕਰਦਾ ਆ, ਸਾਡੇ ਮਨਾਂ ਦੇ ਵਿੱਚ ਪਰਮਾਤਮਾ ਆ। ਜੰਗਲ ਕਿਆ ਢੂੰਡੇ, ਸੋ ਸਾਨੂੰ ਪਰਮਾਤਮਾ ਨੂੰ ਜੰਗਲਾਂ ਦੇ ਵਿੱਚ ਲੱਭਣ ਦੀ ਬਜਾਏ ਆਪਣੇ ਮਨ ਦੇ ਵਿੱਚੋਂ ਲੱਭਣਾ ਚਾਹੀਦਾ ਆ। ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ। ਕਿ ਜਿੰਨਾ ਸਾਡੇ ਕੋਲ ਹੈ ਸਾਨੂੰ ਉਹਦੇ ਵਿੱਚ ਹੀ ਗੁਜ਼ਾਰਾ ਕਰਨਾ ਚਾਹੀਦਾ ਆ, ਉਹਦੇ ਵਿੱਚ ਹੀ ਸਾਨੂੰ ਸੰਤੁਸ਼ਟੀ ਹੋਣੀ ਚਾਹੀਦੀ ਆ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ। ਕਿ ਸਾਨੂੰ ਪਰਾਇਆ ਧਨ, ਪਰਾਏ ਲੋਕਾਂ ਦੀ ਅਮੀਰੀ ਵੇਖ ਕੇ ਜਾਂ ਹੋਰ ਲੋਕਾਂ ਦੀ ਸ਼ਾਨੋ ਸ਼ੌਕਤ ਦੇਖ ਕੇ ਆਪਣਾ ਜੀ ਨਹੀਂ ਤਰਸਾਉਣਾ ਚਾਹੀਦਾ, ਭਾਵ ਸਾਨੂੰ ਲਾਲਚ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਲਾਲਚ ਹਮੇਸ਼ਾ ਮਨੁੱਖ ਨੂੰ ਮਾੜੇ ਕੰਮ ਕਰਨ ਵਾਸਤੇ ਪ੍ਰੇਰਿਤ ਕਰਦਾ ਆ। ਸੋ ਜਿੰਨਾ ਸਾਡੇ ਕੋਲ ਹੈ ਉਹਦੇ ਵਿੱਚ ਹੀ ਸਾਨੂੰ ਖੁਸ਼ ਰਹਿਣਾ ਚਾਹੀਦਾ ਆ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ। ਕਿ ਬਿਰਹਾ ਤੋਂ ਭਾਵ ਹੈ ਵਿਛੋੜਾ, ਤੇ ਬਾਬਾ ਫਰੀਦ ਜੀ ਨੂੰ ਬਿਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਆ, ਬਿਰਹਾ ਦਾ ਰਾਜਾ ਵੀ ਕਿਹਾ ਜਾਂਦਾ ਆ। ਫਰੀਦਾ ਜਿਤ ਤਨ ਬਿਰਹਾ ਨਾ ਉਪਜੇ ਸੋ ਤਨ ਜਾਣ ਮਸਾਣ। ਇੱਥੇ ਉਹ ਕਹਿ ਰਹੇ ਆ ਕਿ ਇੱਥੇ ਉਹ ਵਿਛੋੜੇ ਦੀ ਗੱਲ ਕਰਦੇ ਆ, ਮਨੁੱਖ ਦੀ ਪਰਮਾਤਮਾ ਦੇ ਨਾਲ ਦੂਰੀ, ਠੀਕ ਹੈ। ਅਤੇ ਉਹ ਕਹਿਣਾ ਚਾਹੁੰਦੇ ਆ ਕਿ ਜਿਸ ਮਨੁੱਖੀ ਸਰੀਰ ਨੂੰ ਪਰਮਾਤਮਾ ਦੀ ਜੁਦਾਈ ਦਾ, ਪਰਮਾਤਮਾ ਦੇ ਵਿਛੋੜੇ ਦਾ ਕਦੇ ਵੀ ਅਹਿਸਾਸ ਨਹੀਂ ਹੋਇਆ, ਸੋ ਤਨ ਜਾਣ ਮਸਾਣ। ਅਤੇ ਉਹ ਤਨ ਜਿਹੜਾ ਆ, ਉਹ ਸਰੀਰ ਇੱਕ ਮੁਰਦੇ ਦੇ ਬਰਾਬਰ ਆ। ਜਿਸ ਮਨੁੱਖ ਨੂੰ, ਜਿਸ ਸਰੀਰ ਨੂੰ ਅੱਜ ਤੱਕ ਉਸ ਪਰਮਾਤਮਾ ਦੇ ਵਿਛੋੜੇ ਦਾ ਕਦੇ ਵੀ ਅਹਿਸਾਸ ਨਹੀਂ ਹੋਇਆ। ਫਰੀਦਾ 4 ਗਵਾਈਆਂ ਹੰਢ ਕੇ 4 ਗਵਾਈਆਂ ਸਮ। ਕਿ ਫਰੀਦਾ ਹੇ ਮਨੁੱਖ, ਤੂੰ ਅੱਧੀ ਜ਼ਿੰਦਗੀ ਜਿਹੜੀ ਆ ਆਪਣੀ ਸੌਂ ਕੇ ਗੁਜ਼ਾਰ ਲਈ ਆ, ਅੱਧੀ ਜ਼ਿੰਦਗੀ ਤੂੰ ਆਪਣੀ ਕੰਮਕਾਰ ਕਰਕੇ ਗੁਜ਼ਾਰ ਲਈ ਆ, ਅਤੇ ਪਰਮਾਤਮਾ ਦਾ ਨਾਮ ਤਾਂ ਤੂੰ ਲਿਆ ਹੀ ਨਹੀਂ, ਪਰਮਾਤਮਾ ਦਾ ਸਿਮਰਨ ਤਾਂ ਤੂੰ ਕੀਤਾ ਹੀ ਨਹੀਂ। ਲੇਖਾ ਰੱਬ ਮੰਗੇਸੀਆ ਤੂੰ ਆਹੋ ਤੇਰੇ ਕੰਮ। ਕਿ ਜਦੋਂ ਪਰਮਾਤਮਾ ਨੇ
ਤੇਰੇ ਕਰਮਾਂ ਦਾ ਹਿਸਾਬ ਮੰਗਣਾ ਆ, ਲੇਖਾ ਮੰਗਣਾ ਆ, ਤਾਂ ਉਹ ਕੀ ਪੁੱਛੇਗਾ ਕਿ ਤੈਨੂੰ ਤੈਨੂੰ ਇਹੀ ਕੰਮ ਕਰਨ ਵਾਸਤੇ ਭੇਜਿਆ ਸੀਗਾ। ਲੇਖਾ ਰੱਬ ਮੰਗੇਸਿਆ ਤੂੰ ਆਹੋ ਤੇਰੇ ਕੰਮ, ਕਿ ਤੂੰ ਆਹੀ ਕੰਮ ਕਰਕੇ ਆਇਆ ਆ। ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ, ਕਿ ਜਦੋਂ ਮਨੁੱਖ ਬੁਢਾਪੇ ਦੇ ਵਿੱਚ ਚਲਾ ਜਾਂਦਾ ਆ ਤੇ ਉਹਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਆ। ਕਮਜ਼ੋਰੀ ਦੇ ਕਾਰਨ ਉਹ ਆਪਣੇ ਆਪ ਸਿੱਧਾ ਖੜਾ ਵੀ ਨਹੀਂ ਹੋ ਸਕਦਾ। ਤੇ ਸ਼ੇਖ ਫਰੀਦ ਜੀ ਦੀ ਦੇਹ ਕੰਬਣ ਲੱਗ ਪਈ। ਜੇ 100 ਵਰਿਆਂ ਤੱਕ ਜੀਵਣਾ ਤਾਂ ਵੀ ਧਨ ਹੋਸੀ ਕੇ, ਠੀਕ ਹੈ। ਕੋਈ ਵੀ ਮਨੁੱਖ ਆ, ਕਿਸੇ ਦਾ ਵੀ ਇਸ ਧਰਤੀ ਤੋਂ ਜਾਣ ਨੂੰ ਜੀ ਨਹੀਂ ਕਰਦਾ। ਤੇ ਫਰੀਦ ਜੀ ਕਹਿੰਦੇ ਆ ਕਿ ਜੇ ਮਨੁੱਖ 100 ਵਰਿਆਂ ਤੱਕ ਵੀ ਜਿਉਣਾ ਚਾਹੁੰਦਾ ਆ, 100 ਵਰੇ ਜੀ ਵੀ ਲੈਂਦਾ ਆ, 100 ਤੋਂ ਵੱਧ ਵਰੇ ਵੀ ਜੀ ਲੈਂਦਾ ਆ, ਤਾਂ ਵੀ ਇੱਕ ਨਾ ਇੱਕ ਦਿਨ ਸਾਡਾ ਤਨ ਜਿਹੜਾ ਆ, ਇਹ ਸਰੀਰ ਆ, ਮਿੱਟੀ ਦੀ ਢੇਰੀ ਆ, ਤੇ ਮਿੱਟੀ ਦੀ ਢੇਰੀ ਦੇ ਵਿੱਚ ਹੀ ਖਾਕ ਹੋ ਜਾਣਾ ਆ। ਤੇ ਵੀ ਤਨ ਹੋਸੀ ਕੇ। ਸੋ ਉਹਨਾਂ ਨੇ ਇਹਨਾਂ ਸਾਰੇ ਸਲੋਕਾਂ ਦਾ ਜੋ ਉਹਨਾਂ ਨੇ ਸਿੱਟਾ ਕੱਢਿਆ ਹੈ, ਨਿਚੋੜ ਕੱਢਿਆ ਹੈ, ਉਹ ਇਸ ਤਰ੍ਹਾਂ ਹੈ ਕਿ ਮਨੁੱਖ ਮਾੜੇ ਕੰਮਾਂ ਵੱਲ ਨਾ ਦੇਖੇ, ਸਗੋਂ ਆਪਣੇ ਅੰਦਰ ਝਾਤੀ ਮਾਰੇ, ਤੇ ਦੁਨੀਆ ਦੇ ਵਿੱਚ ਰਹਿ ਕੇ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ। ਮਨੁੱਖ ਨੂੰ ਪਰਮਾਤਮਾ ਦੀ ਭਾਲ ਆਪਣੇ ਮਨ ਦੇ ਅੰਦਰ ਕਰਨੀ ਚਾਹੀਦੀ ਆ। ਤੇ ਮਨੁੱਖ ਜਿਸ ਦੀ ਪਰਮਾਤਮਾ ਦੇ ਨਾਲ ਲਗਨ ਨਹੀਂ ਹੈਗੀ, ਉਹ ਇੱਕ ਮੁਰਦੇ ਦੇ ਸਮਾਨ ਆ। ਤੇ ਮਨੁੱਖ ਇਸ ਦੁਨੀਆ ਵਿੱਚ ਆਪਣੀ ਜ਼ਿੰਦਗੀ ਖਾ ਪੀ ਕੇ ਗੁਜ਼ਾਰ ਦਿੰਦਾ ਆ, ਤੇ ਅਖੀਰਲੀ ਉਮਰ ਵਿੱਚ ਜਾ ਕੇ ਰੱਬ ਨੂੰ ਤਲਾਸ਼ਦਾ ਆ। ਠੀਕ ਹੈ ਵਿਦਿਆਰਥੀਓ, ਇਸ ਪਾਠ ਨੂੰ ਦੁਬਾਰਾ ਫਿਰ ਧਿਆਨ ਦੇ ਨਾਲ ਸੁਣਨਾ। ਧੰਨਵਾਦ।